हाँ जी, 9वीं क्लास की हाल चाल भाई। स्टूडेंट्स, हाउ आर यू? किस तरह निकल रही है आजकल लाइफ? लॉकडाउन ਵਿੱਚ ਘਰ ਬੈਠ ਕੇ ਪੜ੍ਹਾਈਆਂ ਕਰ ਰਹੇ ਹੋ? ਸਾਰਾ ਦਿਨ ਟੀਵੀ ਤਾਂ ਨਹੀਂ ਦੇਖਦੇ? ਚਲੋ ਟੀਵੀ ਵੀ ਵੇਖ ਲਓ, ਕੋਈ ਗੱਲ ਨਹੀਂ। ਲੈਸਨ ਚੱਲ ਰਹੇ ਨੇ ਅੱਜ ਕੱਲ੍ਹ ਤਾਂ 9 ਵਜੇ ਤੋਂ ਲੈ ਕੇ ਦੁਪਹਿਰੇ 2-2:30 ਵਜੇ ਤੱਕ ਜਲੰਧਰ ਦੂਰਦਰਸ਼ਨ ਦੇ ਉੱਤੇ ਤੁਹਾਡੇ ਲਾਈਵ ਲੈਸਨ ਚੱਲ ਰਹੇ ਹੁੰਦੇ ਨੇ। ਉਹਨਾਂ ਨੂੰ ਦੇਖਿਆ ਕਰੋ ਤੇ ਘਰ ਬੈਠੇ ਹੀ ਪੜ੍ਹਾਈ ਕਰੋ। ਬਹੁਤ ਜਲਦ ਸਕੂਲ ਖੁੱਲ੍ਹ ਜਾਣਗੇ। ਪਾਠ ਪੁਸਤਕਾਂ ਤੁਹਾਨੂੰ ਅੱਜ ਕੱਲ੍ਹ 'ਚ ਮਿਲਦੀਆਂ ਹੀ ਹੋਣਗੀਆਂ। ਸੋ ਸਟੂਡੈਂਟਸ, ਅੱਜ ਲੈਸਨ ਅਸੀਂ ਕੰਟੀਨਿਊ ਕਰ ਰਹੇ ਹਾਂ। 9ਵਾਂ ਪਾਠ, ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਤਾਰ। ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੁਆਰਾ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਸੋ ਲੋਕਤੰਤਰ ਸਾਡੇ ਦੇਸ਼, ਸਾਡਾ ਭਾਰਤ ਦਾ ਲੋਕਤੰਤਰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਕਿਉਂਕਿ 125 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਸੰਸਦ ਦੇ ਵਿੱਚ ਮੈਂਬਰ ਚੁਣੇ ਜਾਂਦੇ ਹਨ ਅਤੇ ਅਸੀਂ ਵੋਟਾਂ ਪਾ ਕੇ ਅੰਤਿਮ ਸ਼ਕਤੀ ਸ਼ਾਸਨ ਚਲਾਉਣ ਦੀ ਆਪਣੇ ਪ੍ਰਤੀਨਿਧਾਂ ਨੂੰ ਸੌਂਪ ਦਿੰਦੇ ਹਾਂ। ਲੋਕਾਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ। ਹਰ 5 ਸਾਲ ਬਾਅਦ ਲਗਭਗ ਵੋਟਾਂ ਆਉਂਦੀਆਂ ਰਹਿੰਦੀਆਂ ਨੇ। ਜਿਹੜਾ ਨੇਤਾ ਤੁਹਾਨੂੰ ਪਸੰਦ ਹੋਏ ਉਸ ਨੂੰ ਵੋਟਾਂ ਪਾਓ, ਉਸ ਨੂੰ ਜਿਤਾਓ, ਉਸ ਨੂੰ ਤਾਕਤ ਦਿਓ, ਅਤੇ ਜਿਹੜਾ ਨੇਤਾ ਪਸੰਦ ਨਹੀਂ ਉਸ ਨੂੰ ਹਟਾ ਦਿਓ। ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੀ ਇਹ ਹੈ। ਸੀਲੇ ਅਨੁਸਾਰ, ਸੀਲੇ ਇੱਕ ਰਾਜਨੀਤਿਕ ਵਿਗਿਆਨੀ ਹੋਇਆ ਹੈ ਜਿਸ ਨੇ ਡੈਫੀਨੇਸ਼ਨ ਦਿੱਤੀ ਹੈ ਲੋਕਤੰਤਰ ਦੀ। ਲੋਕਤੰਤਰ ਅਜਿਹੀ ਸਰਕਾਰ ਹੁੰਦੀ ਹੈ ਜਿਸ ਵਿੱਚ ਹਰ ਵਿਅਕਤੀ ਦਾ ਹਿੱਸਾ ਹੁੰਦਾ ਹੈ। ਸੋ ਦਿਸ ਇਜ਼ ਵੈਰੀ ਗੁੱਡ ਡੈਫੀਨੇਸ਼ਨ ਕਿ ਐਵਰੀ ਪਰਸਨ ਇਜ਼ ਸਪੋਜ਼ ਟੂ ਪਾਰਟੀਸਪੇਟ ਇਨ ਡੈਮੋਕ੍ਰੇਸੀ। 20ਵੀਂ ਸਦੀ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਠੀਕ ਹੈ, ਤੋ ਲੋਕਤੰਤਰ ਲਗਭਗ ਹਰੇਕ ਦੇਸ਼ ਵਿੱਚ ਪਹੁੰਚ ਚੁੱਕਾ ਹੈ। ਸੰਸਾਰ ਦਾ ਕੋਈ ਦੇਸ਼ ਐਸਾ ਨਹੀਂ ਰਹਿ ਗਿਆ। ਸੰਯੁਕਤ ਰਾਸ਼ਟਰ ਸੰਘ ਨਾਮੀ ਅੰਤਰਰਾਸ਼ਟਰੀ ਸੰਸਥਾ ਦਾ ਜਨਮ 24 ਅਕਤੂਬਰ 1945 ਨੂੰ ਹੋਇਆ। ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਬੇਟਾ UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਮੁੱਢਲੇ ਮੈਂਬਰ ਕਿੰਨੇ ਸੀ? 51 ਮੈਂਬਰ ਇਸ ਦੇ ਮੁੱਢਲੇ ਮੈਂਬਰ ਸਨ ਅਤੇ ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਬਣਿਆ। ਹੁਣ ਸੰਯੁਕਤ ਰਾਸ਼ਟਰ ਦੇ ਵਿੱਚ 193 ਮੈਂਬਰ ਹਨ। ਸੋ ਸਟੂਡੈਂਟਸ, ਨਾਓ ਵੀ ਆਰ ਗੋਇੰਗ ਟੂ ਰਿਵਾਈਜ਼ these statements by solving this exercise. ਬਹੁਵਿਕਲਪੀ ਪ੍ਰਸ਼ਨ। ਪਹਿਲਾ, ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਕਿਸ ਕੋਲ ਹੁੰਦੀ ਹੈ? ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਜਿਹੜੀ ਹੈ ਇਹ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਕਿਹਨਾਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ? ਲੋਕਾਂ ਨੂੰ, ਨਾਗਰਿਕਾਂ ਨੂੰ, ਸਾਨੂੰ ਸਾਰਿਆਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ। ਲੋਕਤੰਤਰ ਅਜਿਹੀ ਸਰਕਾਰ ਹੁੰਦੀ ਹੈ ਜਿਸ ਵਿੱਚ ਹਰ ਵਿਅਕਤੀ ਦਾ ਹਿੱਸਾ ਹੁੰਦਾ ਹੈ। ਇਹ ਪਰਿਭਾਸ਼ਾ ਕਿਸ ਨੇ ਦਿੱਤੀ ਸੀ? ਇਹ ਸਟੇਟਮੈਂਟ, ਇਹ ਕਥਨ ਕਿਸ ਨੇ ਕਿਹਾ ਸੀ? ਸੋ ਇਹਨਾਂ 4 ਆਪਸ਼ਨਾਂ ਵਿੱਚੋਂ ਸਹੀ ਆਨਸਰ ਸੀਲੇ ਨੇ ਕਿਹਾ ਸੀ। ਇਹ ਟਰੂ ਫਾਲਸ ਕਰਦੇ ਆ ਬੇਟਾ ਸੋਲਵ। ਪਹਿਲੀ ਸਟੇਟਮੈਂਟ ਹੈ ਕਿ 18ਵੀਂ ਸਦੀ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਤਾਂ ਦਿਸ ਇਜ਼ ਰੋਂਗ ਸਟੇਟਮੈਂਟ। ਦੱਸੋ ਕਿਹੜੀ ਸਦੀ ਨੂੰ ਕਿਹਾ ਜਾਂਦਾ ਲੋਕਤੰਤਰ ਦਾ ਸੁਨਹਿਰੀ ਯੁੱਗ? 20ਵੀਂ ਸਦੀ ਨੂੰ। ਦੂਸਰਾ, ਸੰਯੁਕਤ ਰਾਸ਼ਟਰ ਦੇ ਮੁੱਢਲੇ ਮੈਂਬਰ ਸਨ 51। ਸੋ ਦਿਸ ਵਨ ਇਜ਼ ਦਾ ਕਰੈਕਟ ਆਨਸਰ। ਸਹੀ ਹੈ। ਸੋ ਥੈਂਕ ਯੂ very much for listening, for watching this video, and I am also thankful to BM Saab who has prepared this PDF, this lesson, and helped us in preparing video lesson. Thank you very much all of you. You students are supposed to do this exercise on your notebooks and take the picture from your mobile and send this picture to your teacher so that ਉਸ ਨੂੰ ਪਤਾ ਲੱਗ ਸਕੇ ਕਿ ਘਰ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ। ਬੇਟਾ ਜਿਹੜੀ ਗੱਲ ਆਪਾਂ ਕਾਪੀਆਂ 'ਤੇ ਲਿਖ ਲੈਂਦੇ ਹਾਂ ਉਹ ਅਸੀਂ ਭੁੱਲਦੇ ਨਹੀਂ, ਇਸ ਕਰਕੇ ਕਾਪੀਆਂ 'ਤੇ ਲਿਖਣਾ ਜ਼ਰੂਰੀ ਹੈ। ਥੈਂਕ ਯੂ ਸਟੂਡੈਂਟਸ। ਓਕੇ, ਬਾਏ।